अस्सलाम वालेकुम शानी जट वीलॉग ऑफिशियल चैनल ਦੇ ਵਿੱਚ ਤੁਹਾਨੂੰ ਬਹੁਤ खुश आमदेद। मेरी दुआ है कि ਤੁਸੀਂ ਜਿੱਥੇ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਆਪਣੇ ਹਿਫਜ਼ ਅਮਾਨ ਦੇ ਵਿੱਚ ਰੱਖੇ ਆਮੀਨ। ਮੇਰੇ ਉਹ ਦੋਸਤ ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਵਿੱਚ ਆਏ ਨੇ ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਜਿਹੜਾ ਘੰਟੇ ਦਾ ਨਿਸ਼ਾਨ ਹੈ ਉਹਨੂੰ ਤੁਸੀਂ ਦਬਾ ਦਿਓ ਤਾਂ ਕਿ ਮੇਰਾ ਵੀਲੌਗ ਬਰ ਵਕਤ ਤੁਹਾਡੇ ਤੱਕ ਪਹੁੰਚੇ। ਤੇ ਨਾਲੇ ਕੋਸ਼ਿਸ਼ ਕੀਤਿਆ ਕਰੋ ਕਿ ਮੇਰਾ ਵੀਲੌਗ ਜਿਹੜਾ ਨਾ ਆਖਿਰ ਤੱਕ ਦੇਖੋ ਤਾਂ ਕਿ ਤੁਹਾਡੇ ਤੱਕ ਹਰ ਖਬਰ ਜਿਹੜੀ ਨਾ ਤਫਸੀਲ ਦੇ ਨਾਲ ਪਹੁੰਚ ਜਾਏ। ਜਨਾਬ ਅੱਜ ਦੀਆਂ ਜਿਹੜੀਆਂ ਖਬਰਾਂ ਹੈਗੀਆਂ ਨੇ ਉਹ ਕੁਝ ਇਸ ਤਰ੍ਹਾਂ ਨੇ ਕਿ ਜਿਹੜਾ ਹਮਲਾਵਰ ਹੈਗਾ ਸੀ ਜਿਹਨੇ ਡੋਨਲਡ ਟਰੰਪ ਦੇ ਉੱਤੇ ਹਮਲਾ ਕੀਤਾ ਉਹਦੇ ਹਵਾਲੇ ਨਾਲ ਡੋਨਲਡ ਟਰੰਪ ਨੇ ਜਿਹੜਾ ਨਾ ਇੱਕ ਟਵੀਟ ਕੀਤਾ ਉਹਦੇ 'ਤੇ ਜਿਹੜਾ ਨਾ ਇੱਕ ਡਿਟੇਲ ਦੇ ਨਾਲ ਗੁਫ਼ਤਗੂ ਕਰਾਂਗੇ। ਫਿਰ ਇੱਕ ਖਬਰ ਹੋਰ ਹੈਗੀ ਹੈ ਕਿ ਲਾਹੌਰ ਅਲਾਮਾ ਇਕਬਾਲ ਏਅਰਪੋਰਟ ਦੇ ਵਿੱਚ ਇੱਕ ਹਾਦਸਾ ਹੋਇਆ। ਵੈਸੇ ਤਾਂ ਰੋਜ਼ਾਨਾ ਹੀ ਹਾਦਸਾਤ ਹੁੰਦੇ ਨੇ ਇੱਧਰ ਏਅਰਪੋਰਟ ਦੇ ਉੱਤੇ, ਉਹ ਭਾਵੇਂ ਕਰਾਚੀ ਦੇ ਹੋਏ, ਭਾਵੇਂ ਲਾਹੌਰ ਹੋਏ, ਭਾਵੇਂ ਇਸਲਾਮਾਬਾਦ ਹੋਏ, ਕਿਤੇ ਨਾ ਕਿਤੇ ਕੁਛ ਨਾ ਕੁਛ ਹੋ ਰਿਹਾ ਹੁੰਦਾ ਹੈ। ਅਤੇ ਕੀ ਹਾਦਸਾ ਹੋਇਆ ਇਹਦੇ ਉੱਤੇ ਜਿਹੜਾ ਨਾ ਅਸੀਂ ਗੱਲ ਕਰਾਂਗੇ। ਅਤੇ ਜਨਾਬ ਇਹ ਦੋ ਜਿਹੜੀਆਂ ਸਨ ਅਹਿਮ ਖਬਰਾਂ ਨੇ ਜਿਹੜੀਆਂ ਕਿ ਮੈਂ ਤੁਹਾਡੇ ਅੱਗੇ ਗੋਸ਼ਗਜ਼ਾਰ ਕਰਨ ਜਾ ਰਿਹਾ ਅਤੇ ਜ਼ਰਾ ਤਫਸੀਲ ਦੇ ਨਾਲ ਅਤੇ ਜ਼ਰਾ ਗੌਰ ਨਾਲ ਸੁਣਨਾ। ਡੋਨਲਡ ਟਰੰਪ ਜਿਹੜੇ ਸਦਰ ਹੈਗੇ ਨੇ ਅਮਰੀਕਾ ਦੇ, ਉਹਨਾਂ ਨੇ ਜਨਾਬ ਇੱਕ ਟਵੀਟ ਕੀਤੀ ਹੈ ਅਤੇ ਟਵੀਟ ਦੇ ਵਿੱਚ ਜਿਹੜਾ ਹਮਲਾਵਰ ਸੀ ਉਹਦੇ ਬਾਰੇ 'ਚ ਉਹਨਾਂ ਨੇ ਤਫਸੀਲ ਦੇ ਨਾਲ ਬਿਆਨ ਕੀਤਾ। ਉਹਦਾ ਇੱਕ ਮਰਾਸਲਾ ਹੈਗਾ ਸੀ ਉਹ ਉਹਨਾਂ ਨੇ ਜਾਰੀ ਕੀਤਾ। ਮਰਾਸਲਾ ਇਸ ਤਰ੍ਹਾਂ ਹੈ ਕਿ ਪਹਿਲੇ ਮੈਂ ਤੁਹਾਨੂੰ ਦੱਸ ਦਿਆਂ ਕਿ ਹਮਲਾਵਰ ਕੌਣ। ਇਹਦਾ ਨਾਮ ਜਨਾਬ ਥੋਮਸ ਐਲਨ ਹੈਗਾ ਜੇ। 31 ਸਾਲ ਦੀ ਉਮਰ ਹੈ, ਕੈਲੀਫੋਰਨੀਆ ਦਾ ਰਹਿਣ ਵਾਲਾ ਅਤੇ ਪੇਸ਼ੇ ਦੇ ਇਤਬਾਰ ਨਾਲ ਇਹ ਟੀਚਰ ਹੈਗਾ। ਠੀਕ ਹੈ, ਹਮਲਾਵਰ ਥੋਮਸ ਐਲਨ ਕੈਲੀਫੋਰਨੀਆ ਦਾ ਰਿਹਾਇਸ਼ੀ, ਪੇਸ਼ੇ ਦੇ ਇਤਬਾਰ ਨਾਲ ਟੀਚਰ ਅਤੇ 31 ਸਾਲ ਇਹਦੀ ਉਮਰ ਅਤੇ ਸ਼ਾਦੀशुदा ਅਤੇ ਅੱਛੀ ਭਲੀ ਫੈਮਿਲੀ ਦਾ ਮਾਲਕ ਅਤੇ ਯਾਨੀ ਕਿ ਸਿਆਹ ਫਾਮ ਜਿਹੜੀ ਹੈਗੀ ਹੈ ਨਾ ਬਰਾਦਰੀ ਉਹ ਉੱਥੋਂ ਬਿਲੋਂਗ ਕਰਦਾ। ਲੇਕਿਨ ਇੰਨਾ ਵੀ ਉਹ ਨਹੀਂ ਹੈਗਾ ਸਿਆਹ ਕਿ ਤੁਸੀਂ ਕਹੋ ਕਿ ਜੀ ਕਿ ਬਿਲਕੁਲ ਹੀ ਸਿਆਹ ਹੈਗਾ, ਯਾਨੀ ਕਿ ਅੱਧਾ ਗੋਰਾ ਅਤੇ ਅੱਧਾ ਕਾਲਾ ਹੈਗਾ। ਅੱਛਾ ਜਨਾਬ, ਇਹਦਾ ਮਰਾਸਲਾ ਹੈਗਾ ਜਿਹੜਾ ਇਹਨੇ ਹਮਲਾ ਕਰਨ ਤੋਂ ਪਹਿਲੇ ਜਿਹੜਾ ਸੀ ਨਾ ਤਕਰੀਬਨ ਕੋਈ 10 ਜਾਂ 15 ਮਿੰਟ ਪਹਿਲੇ ਥੋਮਸ ਨੇ ਇੱਕ ਮਰਾਸਲਾ ਲਿਖਿਆ ਅਤੇ ਬੜਾ ਲੰਬਾ ਚੌੜਾ, ਅਤੇ ਉਹ ਲਿਖ ਕੇ ਅਤੇ ਉਹਨੇ ਵਟਸਐਪ ਕਰ ਦਿੱਤਾ ਆਪਣੀ ਫੈਮਿਲੀ ਨੂੰ ਪੂਰੀ ਨੂੰ। ਠੀਕ ਹੈ, ਜਿਹੜਾ ਕਿ ਡੋਨਲਡ ਟਰੰਪ ਨੇ ਜਿਹੜਾ ਨਾ ਸ਼ੇਅਰ ਕੀਤਾ ਹੈ ਆਪਣੇ ਟਵਿੱਟਰ ਹੈਂਡਲ ਦੇ ਵਿੱਚ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਅਤੇ ਉਹਦੇ ਵਿੱਚ ਜਨਾਬ ਉਹ ਆਪਣੀ ਫੈਮਿਲੀ ਕੋਲੋਂ ਮਾਫੀਆਂ ਮੰਗ ਰਿਹਾ ਕਿ ਜੀ ਮੈਂ ਤੁਹਾਡੇ ਕੋਲੋਂ ਝੂਠ ਬੋਲ ਕੇ ਆਇਆ, ਮੈਂ ਤੁਹਾਡੇ ਕੋਲ ਬਹਾਨਾ ਲਾ ਕੇ ਆਇਆ ਕਿ ਜੀ ਕਿ ਮੈਂ ਕਿਸੇ ਇੰਟਰਵਿਊ 'ਤੇ ਦੇਣ ਜਾ ਰਿਹਾ ਅਤੇ ਲੇਕਿਨ ਮੇਰਾ ਅਸਲ ਮਕਸਦ ਸੀ ਉਹ ਇਹ ਸੀ ਕਿ ਮੈਂ ਇੱਥੇ ਅੱਜ ਹਮਲਾ ਕਰਨਾ ਸੀ। ਠੀਕ ਹੈ, ਅਤੇ ਮਾਫੀ ਮੰਗ ਰਿਹਾ ਆਪਣੇ ਸਟੂਡੈਂਟਸ ਕੋਲੋਂ ਜਿਹਨਾਂ ਨੂੰ ਪੜ੍ਹਾਉਂਦਾ ਹੈ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ। ਠੀਕ ਹੈ, ਅਤੇ ਆਪਣੇ ਬੱਚਿਆਂ ਕੋਲੋਂ ਵੀ ਮਾਫੀ ਮੰਗ ਰਿਹਾ ਅਤੇ ਉਹਨਾਂ ਨੂੰ ਵੀ ਇਹੀ ਕਹਿ ਰਿਹਾ ਕਿ ਜਨਾਬ ਤੁਸੀਂ ਜਿਹੜਾ ਨਾ ਕਤਨ ਇਸ ਤਰ੍ਹਾਂ ਦਾ ਕੋਈ ਅਮਲ ਨਹੀਂ ਕਰਨਾ ਜਿਹਦੀ ਵਜ੍ਹਾ ਨਾਲ ਤੁਹਾਡੀ ਜਿਹੜੀ ਯਾਨੀ ਕਿ ਤਰਬੀਅਤ ਹੈ ਉਹ ਜ਼ਾਇਆ ਹੋ ਜਾਏ, ਜਾਂ ਲੋਕ ਇਹ ਕਹਿਣ ਕਿ ਲੋ ਜੀ ਕਿ ਇਹਨਾਂ ਦੀ ਨਾ ਤਾਂ ਤਰਬੀਅਤ ਮਾਂ ਬਾਪ ਨੇ ਅੱਛੀ ਕੀਤੀ ਅਤੇ ਨਾ ਹੀ ਕਿਸੇ ਉਸਤਾਦ ਨੇ ਅੱਛੀ ਕੀਤੀ ਹੈ, ਅਤੇ ਲਿਹਾਜ਼ਾ ਮੇਰੀ ਜਿਹੜੀ ਹੈ ਨਾ ਉੱਥੇ ਇੱਜ਼ਤ ਮਜਰੂ ਹੋਏਗੀ। ਜਨਾਬ ਅਲੀ ਮਜ਼ੀਦ ਲਿਖ ਰਿਹਾ ਹੈ ਕਿ ਥੋਮਸ ਸਾਹਿਬ ਕਿ ਜਨਾਬ ਮੇਰਾ ਅੱਜ ਇੱਥੇ ਆਉਣ ਦਾ ਮਕਸਦ ਅਤੇ ਇੱਥੇ ਹਮਲਾ ਕਰਨ ਦਾ ਮਕਸਦ ਇਹ ਹੈਗਾ ਕਿ ਇੱਥੇ ਜਿਹੜਾ ਉਹ FIA ਦਾ ਜਿਹੜਾ ਵੱਡਾ ਬੰਦਾ ਹੈ DG ਜਿਹੜਾ ਹੈਗਾ ਉਹਨੂੰ ਜਿਹੜਾ ਨਾ ਇਹਨੇ ਟਾਰਗੇਟ ਕਰਨਾ ਸੀ। ਠੀਕ ਹੈ, ਅਤੇ ਨਾਲ ਇਹਨੇ ਇੱਕ ਖੌਫੋ ਹਰਾਸ ਫੈਲਾਉਣਾ ਸੀ ਡੋਨਲਡ ਟਰੰਪ ਦੇ ਉੱਤੇ ਕਿ ਜੋ ਇਹ ਹਰਕਤਾਂ ਕਰ ਰਿਹਾ ਅਤੇ ਉਸ ਤੋਂ ਜਿਹੜਾ ਨਾ ਬਹੁਤ ਜ਼ਿਆਦਾ ਜਿਹੜਾ ਸੀ ਨਾ ਕਿ ਨਾਰਾਜ਼ ਹੈਗਾ ਸੀ। ਸਭ ਤੋਂ ਪਹਿਲੇ ਤਾਂ ਇਹਨੇ ਮੈਂਸ਼ਨ ਕੀਤਾ ਕਿ ਜੀ ਕਿ ਮੈਨੂੰ ਜਿਹੜਾ ਨਾ ਸ਼ਦੀਦ ਗੁੱਸਾ ਹੈਗਾ ਅਤੇ ਸ਼ਦੀਦ ਦੁੱਖ ਅਤੇ ਮੈਂ ਅਫਸੋਸ ਹੈਗਾ ਕਿ ਇਹ ਬੰਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਅਮਰੀਕਾ ਦਾ, ਇਹ ਜਨਾਬ ਯਾਨੀ ਕਿ ਹਮ ਜਿਨਸ ਪਰਸਤੀ ਦਾ ਵੀ ਸ਼ਿਕਾਰ ਹੈਗਾ ਅਤੇ ਇਹਨੇ ਮਾਸੂਮ ਬੱਚਿਆਂ ਦੇ ਨਾਲ ਜ਼ਿਆਦਤੀਆਂ ਕੀਤੀਆਂ ਨੇ। ਐਪਸਟੀਨ ਫਾਈਲ ਦੇ ਵਿੱਚ ਇਹਦਾ ਨਾਮ ਹੈਗਾ ਅਤੇ ਮੈਨੂੰ ਇਹ ਚੀਜ਼ ਬਿਲਕੁਲ ਪਸੰਦ ਨਹੀਂ ਕਿ ਮੈਂ ਉਸ ਮੁਲਕ ਦੇ ਵਿੱਚ ਰਹਾਂ ਜਾਂ ਉਸ ਮੁਲਕ ਦੇ ਸਰਬਰਾਹ ਦੇ ਅੰਡਰ ਮੈਂ ਕੰਮ ਕਰਾਂ ਕਿ ਜਿਹੜਾ ਪੀਡੋਫਾਈਲ ਹੈਗਾ। ਠੀਕ ਹੈ,
ਕਿ ਜਿੰਨੇ ਮਾਸੂਮ ਬੱਚੇ ਦੇ ਨਾਲ ਜ਼ਿਆਦਤੀਆਂ ਕੀਤੀਆਂ ਨੇ, ਤੇ ਜਿਹੜਾ ਬਿਲਾ ਵਜ੍ਹਾ ਹੀ ਜਿਹੜਾ ਨਾ ਕਿ ਲੋਕਾਂ ਦੇ ਨਾਲ ਪੰਗੇ ਲੈ ਰਿਹਾ ਹੈ। ਕਦੀ ਵੈਨਜ਼ੁਏਲਾ ਜਾਂਦਾ ਹੈ ਤੇ ਉੱਥੇ ਉਹਦੇ ਸਦਰ ਨੂੰ ਉਠਾ ਕੇ ਲੈ ਆਉਂਦਾ ਹੈ, ਕਦੀ ਈਰਾਨ ਦੇ ਨਾਲ ਲੜਾਈ ਪਾ ਲੈਣਾ, ਕਦੀ ਆਪਣੇ ਹੀ ਜਿਹੜੇ ਲੋਕ ਨੇ, ਕਦੀ ਸਾਫੀ ਬਰਾਦਰੀ ਨਾਲ ਯਾਨੀ ਕਿ ਪੰਗੇ ਪਾ ਲੈਂਦਾ, ਕਦੀ ਕਿਸੇ ਨਾਲ। ਤੇ ਲਿਹਾਜ਼ਾ ਡੋਨਲਡ ਟਰੰਪ ਦੇ ਨਾਲ ਜਿਹੜੀ ਨਾ ਮੇਰੀ ਨਫ਼ਰਤ ਜਿਹੜੀ ਨਾ ਉਹ ਕਿਸੇ ਕੋਲੋਂ ਲੱਕੀ ਛੁਪੀ ਨਹੀਂ ਹੈਗੀ, ਠੀਕ ਹੈ। ਤੇ ਲਿਹਾਜ਼ਾ ਮੈਨੂੰ ਜਿਹੜਾ ਨਾ ਬਿਲਕੁਲ ਵੀ ਜਿਹੜਾ ਨਾ ਇਹ ਬੰਦਾ ਪਸੰਦ ਨਹੀਂ ਹੈਗਾ। ਤੇ ਮੇਰੀ ਕੋਸ਼ਿਸ਼ ਹੋਏਗੀ ਕਿ ਜਿੱਥੇ ਮੈਂ ਆਪਣਾ FIA ਦਾ DG ਮਾਰਨ ਜਾ ਰਿਹਾ, ਉੱਥੇ ਮੈਂ ਇਹਨੂੰ ਵੀ ਜਿਹੜਾ ਨਾ ਨਿਸ਼ਾਨਾ ਬਣਾਵਾਂ, ਜਾਂ ਮੈਂ ਇਹਨੂੰ ਮਾਰ ਦਿਆਂ ਤੇ ਜਾਂ ਮੈਂ ਇਹਨੂੰ ਹਲਕਾ ਜਿਹਾ ਜ਼ਖਮੀ ਕਰ ਦਿਆਂ, ਤਾਂ ਕਿ ਇਹਦੇ ਜਿਹੜੀ ਹੈ ਨਾ ਅੰਦਰ ਜਿਹੜਾ ਨਾ ਖੌਫ ਬੈਠ ਜਾਵੇ, ਡਰ ਬੈਠ ਜਾਵੇ, ਜਾਂ ਤੇ ਇਹ ਆਪਣੀ ਜਿਹੜੀ ਸਦਾਰਤ ਹੈ ਉੱਥੋਂ ਅਸਤੀਫਾ ਦੇ ਦੇਵੇ, ਤੇ ਜਾਂ ਫਿਰ ਜਿਹੜਾ ਹੈਗਾ ਨਾ ਕਿ ਇਹਨੂੰ ਕੋਈ ਐਸੀ ਯਾਨੀ ਕਿ ਬਿਮਾਰੀ ਜਾਂ ਐਸਾ ਕਿ ਮੈਂ ਇਹਨੂੰ ਜ਼ਖਮ ਪਹੁੰਚਾਵਾਂ ਕਿ ਇਹ ਆਟੋਮੈਟਿਕਲੀ ਜਿਹੜਾ ਨਾ ਸਦਾਰਤ ਜਿਹੜੀ ਨਾ ਇਹਦੇ ਹੱਥੋਂ ਚਲੀ ਜਾਏ, ਠੀਕ ਹੈ ਜਨਾਬ। ਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ ਉਹਨੇ ਲਿਖ ਕੇ ਤੇ ਭੇਜੀਆਂ ਨੇ ਆਪਣੇ ਘਰ ਵਾਲਿਆਂ ਨੂੰ। ਫਿਰ ਜਨਾਬ ਇਹ ਲਿਖ ਰਿਹਾ ਥੋਮਸ ਕਿ ਮੈਂ ਜਦੋਂ ਹੋਟਲ ਦੇ ਵਿੱਚ ਅੰਦਰ ਆਇਆ, ਤੇ ਇਹ ਉਹ ਹੋਟਲ ਹੈ ਜਿਹਦੇ ਵਿੱਚ ਸਦਰ ਹੈਗਾ ਸੀ ਰੇਗਨ, ਉਹ ਵੀ ਇੱਕ ਫਿਲਮ ਸਟਾਰ ਹੈਗਾ ਸੀ, ਅਦਾਕਾਰ ਸੀ, ਬੜਾ ਮੰਝਿਆ ਹੋਇਆ ਅਦਾਕਾਰ ਹੈਗਾ ਸੀ ਉਹ ਰੇਗਨ। ਤੇ ਉਹ ਐਸੇ ਹੋਟਲ ਵਿੱਚ ਉਹਨੂੰ ਵੀ ਜਿਹੜਾ ਸੀ ਨਾ ਕਤਲ ਕੀਤਾ ਗਿਆ ਸੀ। ਤੇ ਮੈਂਸ਼ਨ ਕਰ ਰਿਹਾ ਥੋਮਸ ਕਿ ਜੀ ਕਿ ਮੈਂ ਤੇ ਉਹਦੀ ਯਾਦ ਤਾਜ਼ਾ ਕਰਨ ਵਾਸਤੇ ਕਿ ਜੀ ਕਿ ਅੱਜ ਤੋਂ ਕਈ ਸਾਲ ਪਹਿਲੇ ਰੇਗਨ ਨੂੰ ਇੱਥੇ ਮਾਰਿਆ ਗਿਆ, ਤੇ ਅੱਜ ਡੋਨਲਡ ਟਰੰਪ ਨੂੰ ਵੀ ਜਿਹੜਾ ਨਾ ਅੱਜ ਇਸ ਤਰ੍ਹਾਂ ਦੇ ਇੱਕ ਹੋਰ ਵਾਕਿਆ ਦੀ ਜਿਹੜਾ ਨਾ ਕਰਕੇ ਤੇ ਉਹਦੀ ਯਾਦ ਤਾਜ਼ਾ ਕੀਤੀ ਜਾਏ, ਠੀਕ ਹੈ। ਤੇ ਉਹਨੂੰ ਵੀ ਮੈਂਸ਼ਨ ਕੀਤਾ। ਫਿਰ ਇਹਨੇ ਜਨਾਬ ਲਿਖਿਆ ਥੋਮਸ ਨੇ ਕਿ ਮੈਂ ਜਦੋਂ ਹੋਟਲ ਦੇ ਅੰਦਰ ਦਾਖਲ ਹੋਇਆ, ਮੈਂ ਐਕਸਪੈਕਟ ਕਰ ਰਿਹਾ ਸੀ ਕਿ ਮੈਂ ਜਗ੍ਹਾ ਦੇ ਵਿੱਚ ਹਰ 1 ਮਿੰਟ ਜਾਂ 2 ਮਿੰਟ ਦੇ ਫਾਸਲੇ ਦੇ ਵਿੱਚ ਮੈਂ ਜਿਹੜਾ ਨਾ ਸਿਕਿਉਰਿਟੀ ਦੇਖਾਂਗਾ, ਕੈਮਰੇ ਦੇਖਾਂਗਾ, ਤੇ ਜਾਂ ਮੈਂ ਦੇਖਾਂਗਾ ਕਿ ਲੋ ਜੀ ਕਿ ਯਾਨੀ ਕਿ ਉਹ ਜਿਹੜੇ ਕੁੱਤੇ ਨਹੀਂ ਹੁੰਦੇ ਕਿ ਉਹ ਹੋਣਗੇ ਇੱਥੇ ਕਿ ਜਿਹੜੇ ਬੋਹ ਮਹਿਸੂਸ ਕਰ ਲੈਣਗੇ ਕਿ ਹਾਂ ਜੀ ਕਿ ਇਸ ਬੰਦੇ ਦੇ ਕੋਲ ਕੀ ਹੈ। ਲੇਕਿਨ ਮੈਂ ਹੈਰਾਨ ਹੋ ਗਿਆ ਕਿ ਉੱਥੇ ਸਿਕਿਉਰਿਟੀ ਨਾਮ ਦੀ ਕੋਈ ਚੀਜ਼ ਨਹੀਂ ਸੀ, ਠੀਕ ਹੈ। ਯਾਨੀ ਕਿ ਤੁਸੀਂ ਦੇਖੋ ਕਿ ਉਸ ਹੋਟਲ ਦੇ ਵਿੱਚ ਡੋਨਲਡ ਟਰੰਪ ਜਿਹੜਾ ਸਦਰ ਹੈਗਾ ਅਮਰੀਕਾ ਦਾ, ਉਹ ਉੱਥੇ ਆ ਰਿਹਾ ਉਸ ਤਕਰੀਬ ਦੇ ਵਿੱਚ, ਤੇ ਉੱਥੇ ਸਿਕਿਉਰਿਟੀ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਤੇ ਉਹ ਕਹਿ ਰਿਹਾ ਕਿ ਮੈਂ ਬਿਲਕੁਲ ਆਜ਼ਾਦਾਨਾ ਤਰੀਕੇ ਦੇ ਨਾਲ ਆਪਣਾ ਬੈਗ ਲੈ ਕੇ ਆਇਆ। ਮੇਰੇ ਬੈਗ ਦੇ ਵਿੱਚ ਨਾ ਸਿਰਫ ਕਿ ਗਨ ਸੀ, ਬਲਕਿ ਮੈਂ ਖੰਜਰ ਵੀ ਰੱਖਿਆ ਹੋਇਆ ਸੀ, ਤੇ ਹੋਰ ਵੀ ਕਈ ਐਸੇ ਸ਼ਦੀਦ ਖਤਰਨਾਕ ਹਾਲਾਤ ਹੈਗੇ ਸਨ ਕਿ ਜਿਹਦੇ ਨਾਲ ਇਨਸਾਨ ਦੀ ਆਸਾਨੀ ਨਾਲ ਜਾਨ ਦਿੱਤੀ ਜਾ ਸਕਦੀ, ਕਿ ਜੇ ਮੇਰੀ ਬੰਦੂਕ ਨਾ ਕੰਮ ਕਰੇ ਤਾਂ ਮੈਂ ਚਾਕੂ ਦੇ ਨਾਲ ਜਿਹੜਾ ਨਾ ਮੈਂ ਅਗਲੇ ਨੂੰ ਜ਼ਖਮੀ ਕਰਦਾ ਜਾਂ ਮਾਰਦੇ ਹਾਂ, ਠੀਕ ਹੈ। ਤੇ ਉਹਨੇ ਜਨਾਬ ਇੱਕ ਤੇ ਸਿਕਿਉਰਿਟੀ ਦਾ ਭਾਂਡਾ ਵੀ ਫੋੜ ਦਿੱਤਾ ਹੈ ਕੰਮ ਕਰਕੇ ਕਿ ਜੀ ਉੱਥੇ ਸਿਕਿਉਰਿਟੀ ਨਾਮ ਦੀ ਕੋਈ ਚੀਜ਼ ਨਹੀਂ। ਹੁਣ ਇੱਥੇ ਇਹਦੇ ਉੱਤੇ ਜਿਹੜਾ ਨਾ ਸਵਾਲਾਤ ਉਠਾਏ ਜਾ ਰਹੇ ਨੇ, ਤੇ ਸਵਾਲਾਤ ਉੱਠ ਰਹੇ ਨੇ ਅਮਰੀਕਾ ਦੇ ਅੰਦਰੋਂ ਹੀ। ਅਮਰੀਕਾ ਦੇ ਜਿਹੜੇ ਤਜਜ਼ੀਆ ਨਗਾਰ ਹੈਗੇ ਨੇ, ਜਿਹੜੇ ਸਹਾਫੀ ਨੇ, ਸਿਕਿਉਰਿਟੀ ਦੇ ਜਿਹੜੇ ਤਜਜ਼ੀਆਕਾਰ ਹੈਗੇ ਨੇ, ਉਹ ਸਵਾਲਾਤ ਉਠਾ ਰਹੇ ਨੇ ਕਿ ਬਈ ਸਿਕਿਉਰਿਟੀ ਕਿਉਂ ਨਹੀਂ ਸੀ, ਕੀ ਗੱਲ, ਜਾਂ ਤੇ ਫਿਰ ਇਹ ਪ੍ਰੀ ਪਲਾਨ ਹੈਗਾ ਸੀ, ਜਾਂ ਤੇ ਇਹ ਪ੍ਰੀ ਪਲਾਨ ਹੈਗਾ ਸੀ ਕਿ ਲੋ ਜੀ ਕਿ ਇਸ ਤਰ੍ਹਾਂ ਦਾ ਇੱਕ ਵਾਕਿਆ ਕਰਨਾ। ਫਿਰ ਉਹ ਜਿਹੜੀ ਕੈਰੋਲਾਈਨ ਹੈਗੀ ਸੀ, ਜਿਹੜੀ ਕਿ ਸਿੱਧਾ ਵਾਈਟ ਹਾਊਸ ਦੀ ਤਰਜਮਾਨ ਹੈ, ਉਹਨੇ ਤਕਰੀਬ ਸ਼ੁਰੂ ਹੋਣ ਤੋਂ ਪਹਿਲੇ ਹੀ ਕਹਿ ਦਿੱਤਾ ਜੀ ਕਿ ਇੱਥੇ ਐਸਾ ਵਾਕਿਆਤ ਹੋਣਗੇ, ਕੋਈ ਫਾਇਰਿੰਗ ਵੀ ਹੋਏਗੀ, ਤੇ ਉਹਨੂੰ ਵੀ ਜਿਹੜਾ ਨਾ ਡਿਸਕਸ ਕੀਤਾ ਜਾ ਰਿਹਾ ਹੈ ਕਿ ਵੀ ਇਹਨੇ ਇਹ ਗੱਲ ਜਿਹੜੀ ਕਹੀ ਹੈ ਤੇ ਫਿਰ ਉਹ ਗੱਲ ਸੱਚੀ ਸਾਬਤ ਹੋ ਗਈ। ਤੇ ਇਹਦਾ ਮਤਲਬ ਤਾਂ ਇਹ ਹੈਗਾ ਕਿ ਹਰ ਚੀਜ਼ ਜਿਹੜੀ ਸੀ ਨਾ ਉਹ ਆਲਰੇਡੀ ਪਲਾਨਡ ਹੈਗੀ ਸੀ, ਠੀਕ ਹੈ। ਹੁਣ ਇਹਦੇ ਪਿੱਛੇ ਕੌਣ ਸੀ? CIA ਦੀ ਏਜੰਸੀ ਸੀ, FIA ਦੀ ਏਜੰਸੀ ਸੀ, ਜਾਂ ਕਿ ਇਹ ਜਿਹੜੀ ਯਾਨੀ ਕਿ ਡੋਨਲਡ ਟਰੰਪ ਦੀ ਟੀਮ ਹੈਗੀ ਹੈ, ਉਹਨੇ ਆਪ ਇਸ ਵਾਕਿਆ ਨੂੰ ਜਿਹੜਾ ਨਾ ਇਸ ਤਰ੍ਹਾਂ ਦਾ ਰੰਗ ਦਿੱਤਾ ਕਿ ਤਾਂ ਕਿ ਡੋਨਲਡ ਟਰੰਪ ਦੀ ਜਿਹੜੀ ਗਿਰਦੀ ਹੋਈ ਜਿਹੜੀ ਮਕਬੂਲੀਅਤ ਹੈਗੀ ਉਹਨੂੰ ਦੁਬਾਰਾ ਬਹਾਲ ਕੀਤਾ ਜਾਏ ਤੇ ਹਮਦਰਦੀ ਜਿਹੜੀ ਨਾ ਹਾਸਿਲ ਕੀਤੀ ਜਾਏ। ਕਿਉਂਕਿ ਇਸ ਟਾਈਮ ਅਮਰੀਕਾ ਦੇ ਵਿੱਚ 1 ਕਰੋੜ ਲੋਕਾਂ ਨੇ ਜਿਹੜਾ ਨਾ ਪ੍ਰੋਟੈਸਟ ਕੀਤਾ ਡੋਨਲਡ ਟਰੰਪ ਦੀ ਜਿਹੜੀਆਂ ਪਾਲਿਸੀਆਂ ਹੈਗੀਆਂ ਨੇ ਉਹਦੇ ਖਿਲਾਫ, ਤੇ ਜਿਹੜਾ ਈਰਾਨ ਦੇ ਨਾਲ ਜੰਗ ਚੱਲ ਰਹੀ ਉਹਦੇ ਖਿਲਾਫ ਜਿਹੜਾ ਨਾ ਇਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਨਾ ਇਹਨਾਂ ਨੇ ਪ੍ਰੋਟੈਸਟ ਕੀਤਾ, ਤੇ ਲੋਕੀ ਹੁਣ ਇਹਨੂੰ ਪਸੰਦ ਨਹੀਂ ਕਰ ਰਹੇ। ਤੇ ਜ਼ਿਆਦਾਤਰ ਉਹ ਲੋਕ ਜਿਹਨਾਂ ਨੇ ਡੋਨਲਡ ਟਰੰਪ ਨੂੰ ਵੋਟ ਦਿੱਤਾ ਉਹ ਵੀ ਜਿਹੜੇ ਨੇ ਨਾ ਇਹਦੇ ਖੱਤੇ ਪਏ ਹੋਏ ਨੇ ਤੇ ਇਹਨੂੰ ਨਾਪਸੰਦ ਕਰਦੇ ਨੇ, ਤੇ ਇਹਨੂੰ ਚਾਹ ਰਹੇ ਨੇ ਕਿ ਜੀ ਕਿ ਇਹ ਜਲਦੀ ਜਿਹੜਾ ਹੈ ਨਾ ਇੱਧਰੋਂ ਉਤਰੇ ਤਾਂ ਕਿ ਮੁਲਕ ਦੇ ਹਾਲਾਤ ਬਿਹਤਰ ਹੋਣ, ਕੋਈ ਅੱਛਾ ਸਦਰ ਆਏ।
ਤੇ ਜਨਾਬੇ ਅਲੀ ਇਹ ਮਰਾਸਲਾ ਸੀ, ਇਹ ਟਵੀਟ ਸੀ ਜਿਹੜੀ ਡੋਨਲਡ ਟਰੰਪ ਨੇ ਕੀਤੀ ਬੰਦੇ ਦੇ ਬਾਰੇ 'ਚ, ਜਿਹੜਾ ਕਿ ਉਹਦੀ ਯਾਨੀ ਕਿ ਸਾਰਾ ਜਿਹੜਾ ਬੈਕਗਰਾਊਂਡ ਸੀ ਉਹ ਦੱਸਿਆ, ਨਾਮ, ਉਹਦੀ ਉਮਰ, ਉਹਦਾ ਪੇਸ਼ਾ, ਉਹਦਾ ਬੈਕਗਰਾਊਂਡ, ਠੀਕ ਹੈ, ਹਰ ਚੀਜ਼ ਕਿ ਕੌਣ ਸੀ, ਕਿਸ ਨੀਅਤ ਨਾਲ ਹੈ। ਤੇ ਫਿਰ ਉਹਨੇ ਜੋ ਆਪਣੇ ਮਨਾਸਲੇ ਦੇ ਵਿੱਚ ਮੈਂਸ਼ਨ ਕੀਤਾ ਕਿ ਹੋਟਲ ਦੇ ਅੰਦਰ ਕੀ ਹਿਸਾਬ ਕਿਤਾਬ ਚੱਲ ਰਿਹਾ ਸੀ ਤੇ ਕਿਸ ਤਰ੍ਹਾਂ ਦੀ ਸਿਕਿਉਰਿਟੀ ਸੀ, ਹਰ ਚੀਜ਼ ਈਚ ਐਂਡ ਐਵਰੀਥਿੰਗ ਜਿਹੜੀ ਨਾ ਉਹਨੇ ਵਾਅਦਾ ਕਰ ਦਿੱਤੀ। ਤੇ ਹੁਣ ਤੱਕ ਜਿਹੜਾ ਨਾ ਅਮਰੀਕਾ ਦੇ ਵਿੱਚ ਜਿਹੜਾ ਨਾ ਉਹ ਇਹੀ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਤੇ ਲੋਕੀ ਜਿਹੜੇ ਨੇ ਨਾ ਸਰਗੋਸ਼ੀਆਂ ਕਰ ਰਹੇ ਨੇ ਤੇ ਗੱਲਬਾਤ ਕਰ ਰਹੇ ਨੇ ਕਿ ਥੜਿਆਂ ਦੇ ਵਿੱਚ, ਚੌਂਕਾਂ ਦੇ ਵਿੱਚ, ਕਿ ਜੀ ਜੇ ਇਸ ਮੁਲਕ ਦੇ ਵਿੱਚ ਸਾਡਾ ਸਦਰ ਮਹਿਫੂਜ਼ ਨਹੀਂ ਤਾਂ ਉੱਥੇ ਆਮ ਸ਼ਹਿਰੀ ਦਾ ਕੀ ਹਾਲ ਹੋਏਗਾ। ਠੀਕ ਹੋ ਗਿਆ। ਤੇ ਇਹ ਜਨਾਬ ਅਮਰੀਕਾ ਦੇ ਹਵਾਲੇ ਨਾਲ ਖਬਰ ਸੀ। ਦੂਸਰੀ ਖਬਰ ਜਿਹੜੀ ਹੈ ਉਹ ਇੰਤਹਾਈ ਅਹਿਮ ਹੈ, ਉਹ ਇੰਤਹਾਈ ਅਹਿਮ ਹੈ। ਉਹ ਜਨਾਬ ਇਸ ਲਿਹਾਜ਼ ਨਾਲ ਅਹਿਮ ਹੈਗੀ ਹੈ ਕਿ ਕੱਲ ਜਿਹੜਾ ਨਾ ਕੱਲ ਤੋਂ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਤੁਸੀਂ ਜਾਣਦੇ ਹੋ ਕਿ ARY ਦੇ ਐਂਕਰ ਹੈਗਾ ਇਕਰਾਰੁਲ ਹਸਨ, ਕਿਸੇ ਜ਼ਮਾਨੇ ਦੇ ਵਿੱਚ ਐਂਕਰ ਹੋਇਆ ਕਰਦਾ ਸੀ ਤੇ ਆਪਣਾ ਇੱਕ ਪ੍ਰੋਗਰਾਮ ਕਰਦਾ ਹੁੰਦਾ ਸੀ, ਮੇਰਾ ਖਿਆਲ ਹੈ ਸਰੇਆਮ ਕੋਈ ਪ੍ਰੋਗਰਾਮ ਕਰਦਾ ਸੀ ਜਿਹਦੇ ਵਿੱਚ ਲਾਈਵ ਲੋਕਾਂ ਨੂੰ ਜਿਹੜਾ ਸੀ ਨਾ ਰੰਗੇ ਹੱਥੋਂ ਫੜਦਾ ਸੀ, ਯਾਨੀ ਕਿ ਕੋਈ ਗਲਤ ਕੰਮ ਕਰ ਰਿਹਾ ਹੈ, ਕੋਈ ਯਾਨੀ ਕਿ ਜੂਆ ਖੇਲ ਰਿਹਾ ਜਾਂ ਕੋਈ ਸ਼ਰਾਬ ਵੇਚ ਰਿਹਾ ਹੈ ਜਾਂ ਕੋਈ ਮਨਸ਼ਿਆਤ ਫਰੋਸ਼ੀ ਕਰ ਰਿਹਾ ਜਾਂ ਕੋਈ ਇਸ ਤਰ੍ਹਾਂ ਦੇ ਕਈ ਇਹਨੇ ਜਿਹੜੇ ਸਨ ਨਾ ਪ੍ਰੋਗਰਾਮ ਕੀਤੇ ਨੇ। ਜ਼ਿਆਦਾਤਰ ਕਹਿੰਦੇ ਨੇ ਕਿ ਸਾਰੇ ਪਲਾਂਟਡ ਹੀ ਹੁੰਦੇ ਸਨ, ਸਾਰੇ ਪਹਿਲੇ ਹੀ ਤੈਅ ਹੋ ਚੁੱਕੇ ਹੁੰਦੇ ਸਨ, ਪੈਸੇ ਉਸੇ ਦੇ ਕੇ ਤੇ ਇਹ ਪ੍ਰੋਗਰਾਮ ਕਰਦਾ ਹੁੰਦਾ ਸੀ। ਇਕਰਾਰੁਲ ਹਸਨ ਦੀ ਗੱਲ ਕਰ ਰਹੇ ਹਾਂ ਜਨਾਬ। ਉਹਨੇ ਕੁਝ ਦਿਨ ਪਹਿਲੇ ਐਲਾਨ ਕਰ ਦਿੱਤਾ ਸਿਆਸਤ ਦੇ ਚਾਹੁੰਦਾ ਤੇ ਉਹਨੇ ਆਪਣੀ ਇੱਕ ਪਾਰਟੀ ਵੀ ਬਣਾ ਦਿੱਤੀ, ਠੀਕ ਹੈ। ਤੇ ਉਹਦਾ ਇਹ ਚੇਅਰਮੈਨ ਵੀ ਹੈ, ਸਦਰ ਵੀ ਹੈਗਾ, ਹਰ ਚੀਜ਼ ਜਿਹੜਾ ਨਾ ਇਹ ਆਪ ਕਰ ਰਿਹਾ। ਇਕਰਾਰੁਲ ਹਸਨ ਜਨਾਬ ਲਾਹੌਰ ਦੇ ਵਿੱਚ ਜਿਹੜਾ ਸੀ ਉਹ ਉਤਰਿਆ ਕਿਸੇ ਆਪਣੇ ਪ੍ਰੋਗਰਾਮ ਦੇ ਸਿਲਸਿਲੇ ਵਿੱਚ ਆਇਆ ਤੇ ਲਾਹੌਰ ਏਅਰਪੋਰਟ ਦੇ ਵਿੱਚ ਕਸਟਮ ਡਿਪਾਰਟਮੈਂਟ ਦਾ ਇੱਕ ਮੁਲਾਜ਼ਮ ਹੈਗਾ ਜਿਹਨੂੰ ਉਹ ਚੀਮਾ ਕਹਿ ਰਿਹਾ ਸੀ, ਚੀਮਾ ਸਾਹਿਬ ਇਕਰਾਰੁਲ ਹਸਨ ਉਸ ਕਸਟਮ ਆਫਿਸਰ ਨੂੰ ਚੀਮਾ ਸਾਹਿਬ ਕਹਿ ਰਿਹਾ ਸੀ। ਉਹਨੇ ਕਿਥੇ ਜਨਾਬ ਜਦੋਂ ਇਹ ਗੁਜ਼ਰ ਰਿਹਾ ਸੀ ਉਹਦੇ ਕੋਲੋਂ ਗੁਜ਼ਰਿਆ ਤੇ ਉਹਨੇ ਆਪਣੇ ਸਾਥੀ ਜਿਹੜਾ ਉਹਦਾ ਦੋਸਤ ਸੀ ਜਾਂ ਉਹਦਾ ਕੁਲੀਗ ਸੀ ਉਹਨੂੰ ਕਿਹਾ ਕਿ ਯਾਰ ਇਸ ਬੰਦੇ ਦਾ ਹਾਲ ਵੀ ਜਵਾਦ ਅਹਿਮਦ ਦੀ ਤਰ੍ਹਾਂ ਹੀ ਹੋਣਾ ਹੈ। ਹੁਣ ਜਵਾਦ ਅਹਿਮਦ ਤੁਹਾਨੂੰ ਪਤਾ ਹੈ ਕੌਣ ਹੈ, ਗੁਲੂਕਾਰ ਹੈ, ਠੀਕ ਹੈ। ਹੁਣ ਸਿਆਸਤ ਦੇ ਵਿੱਚ ਵੀ ਆ ਗਿਆ, ਉਹਨੇ ਆਪਣੀ ਆਵਾਮ ਇੱਕ ਪਾਰਟੀ ਵੀ ਬਣਾਈ ਹੋਈ ਹੈ ਬਰਾਬਰੀ ਪਾਰਟੀ ਦੇ ਨਾਮ ਤੋਂ ਤੇ ਉਹਦਾ ਚੇਅਰਮੈਨ ਹੈਗਾ। ਤੇ ਤੁਹਾਨੂੰ ਪਤਾ ਹੈ ਕਿ ਜਵਾਦ ਅਹਿਮਦ ਜਿਹੜਾ ਨਾ ਤੇਲ ਪਾਣੀ ਲੈ ਕੇ ਇਮਰਾਨ ਖਾਨ ਦੇ ਉੱਤੇ ਚੜਿਆ ਤੇ ਉਹਦੀ ਹਰ ਰੋਜ਼ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਨਾ ਉਹਦੀ ਕੁੱਤੀਆਂ ਲਈ ਕਰ ਰਿਹਾ ਹੁੰਦਾ ਤੇ ਬਸ ਉਹ ਯੂਥ ਹੀ ਤੇ ਯੂਥਣਾ ਜਿਹੜੀਆਂ ਨੇ ਨਾ ਬਸ ਉਹਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਤੇ ਵਿਲਨ ਸਮਝਦੇ ਨੇ। ਤੇ ਲੇਕਿਨ ਜਵਾਦ ਅਹਿਮਦ ਜਿਹੜਾ ਨਾ ਜਿਹੜਾ ਉਹਦਾ ਇੰਟਰਵਿਊ ਕਰਨ ਆਉਂਦਾ ਨਾ ਉਹ ਸਾਰੇ ਯੂਥ ਹੀ ਹੁੰਦੇ ਨੇ, ਉਹ ਭਾਵੇਂ ਤਾਰਿਕ ਰਿਹਾਨ ਤਾਰਿਕ ਹੋਏ, ਭਾਵੇਂ ਉਹ ਜ਼ੀਸ਼ਾਨ ਸੈਦ ਹੋਏ ਜਾਂ ਉਹ ਕੋਈ ਵੀ ਹੋਏ, ਠੀਕ ਹੈ ਨਾ, ਇਸ ਤਰ੍ਹਾਂ ਦੀ। ਤੇ ਉਹ ਉਹਨਾਂ ਦੀ ਸਹੀ ਜਿਹੜੀ ਨਾ ਲਾਹ ਪਾ ਕੇ ਫੜਾ ਜਾਂਦਾ ਜਦੋਂ ਸਵਾਲ ਇਸ ਤਰ੍ਹਾਂ ਦੇ ਕਰਦੇ ਨੇ ਨਾ ਤੇ ਜਦੋਂ ਜਵਾਦ ਅਹਿਮਦ ਜਵਾਬ ਦਿੰਦਾ ਤੇ ਫਿਰ ਉਹਨਾਂ ਦੀ ਚੰਗੀ ਭਲੀ ਜ਼ਲਾਲਤ ਕਰਦਾ, ਜ਼ਲੀਲ ਕਰਦਾ। ਤੇ ਇਸ ਤਰ੍ਹਾਂ ਦੀ ਉਹਨੇ ਗੱਲ ਕੀਤੀ ਕਿ ਲੋ ਜੀ ਇਹਦਾ ਹਾਲ ਵੀ ਜਿਹੜਾ ਨਾ ਇਕਰਾਰੁਲ ਹਸਨ ਨਾਲ ਜਵਾਦ ਅਹਿਮਦ ਦੀ ਤਰ੍ਹਾਂ ਹੋਏਗਾ। ਤੇ ਇਹਨੇ ਇਕਰਾਰ ਨੇ ਸੁਣ ਲਿਆ, ਇਕਰਾਰ ਪਲਟ ਕੇ ਵਾਪਸ ਆਇਆ। ਉਹਨੇ ਫਿਰ ਉਹਨੂੰ ਕਿਹਾ ਕਿ ਹਾਂ ਵੀ ਤੂੰ ਇਹ ਕੀ ਗੱਲ ਕਹੀ ਹੈ ਕਿ ਮੇਰਾ ਹਾਲ ਵੀ ਜਵਾਦ ਅਹਿਮਦ ਦੀ ਤਰ੍ਹਾਂ ਹੈਗਾ ਤੇ ਤੁਸੀਂ ਆਪਣੇ ਅੰਦਰ ਜਿਹੜਾ ਇਮਰਾਨ ਖਾਨ ਦਾ ਜਿਹੜੀ ਇੱਕ ਬੁੱਤ ਬਣਾਇਆ ਹੋਇਆ ਤੇ ਤੁਸੀਂ ਇਸ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਹੋ। ਮੋਹਸਨ ਨਕਵੀ ਸਾਹਿਬ ਜਿਹੜੇ ਨੇ ਵਜ਼ੀਰ ਦਾਖਲਾ ਨੇ, ਉਹਦੇ ਅੰਡਰ ਡਿਪਾਰਟਮੈਂਟ ਆਉਂਦਾ ਤੇ ਤੁਸੀਂ ਜਿਹੜਾ ਨਾ ਇਹ ਹਰਕਤਾਂ ਕਰ ਰਹੇ ਹੋ, ਪਾਕਿਸਤਾਨ ਦੇ ਵਿੱਚ ਰਹਿ ਕੇ ਤੇ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਹੋ ਤੇ ਤੁਸੀਂ ਇੱਥੇ ਲੋਕਾਂ ਨੂੰ ਜਾਣ ਬੂਝ ਕੇ ਤੰਗ ਕਰਦੇ ਹੋ, ਪਰੇਸ਼ਾਨ ਕਰਦੇ ਹੋ ਤਾਂ ਕਿ ਲੋਕੀ ਇੱਥੇ ਚੀਖੋ ਪੁਕਾਰ ਕਰਨ ਤੇ ਹੁਕੂਮਤ ਨੂੰ ਗਾਲਾਂ ਕੱਢਣ। ਯਾਨੀ ਕਿ ਤੁਸੀਂ ਬਿਲਕੁਲ ਜਿਹੜਾ ਨਾ ਪਲਾਨ ਦੇ ਤਹਿਤ ਸਾਰੇ ਕੰਮ ਕਰ ਰਹੇ ਹੋ। ਤੇ ਇਕਰਾਰੁਲ ਹਸਨ ਸਾਹਿਬ ਨੇ ਬਕਾਇਦਾ ਮੋਹਸਨ ਨਕਵੀ ਸਾਹਿਬ ਦੀ ਜਿਹੜੀ ਅਟੈਂਸ਼ਨ ਹੈਗੀ ਉਹ ਇਸ ਤਰਫ ਮੁਤਵੱਜਾ ਕਰਾਈਏ ਕਿ ਜਨਾਬ ਇੱਧਰ ਧਿਆਨ ਦਿਓ ਮੋਹਸਨ ਨਕਵੀ ਸਾਹਿਬ ਕਿ ਤੁਹਾਡੇ ਡਿਪਾਰਟਮੈਂਟ ਦੇ ਅੰਦਰ ਇਹ ਜਿਹੜਾ ਕੰਮ ਹੋ ਰਿਹਾ ਜਿੱਥੇ ਯੂਥੀਆਂ ਦੀ ਭਰਮਾਰ ਹੈ, ਉਹ ਦੇਖੋ ਕਿਸ ਤਰ੍ਹਾਂ ਹੁਕੂਮਤ ਨੂੰ ਜਿਹੜਾ ਨਾ ਉਹ ਬਦਨਾਮ ਕਰਦੇ ਨੇ ਆਪਣੀ ਹਰਕਤਾਂ ਦੀ ਵਜ੍ਹਾ ਨਾਲ। ਸਮਝ ਆ ਰਹੀ ਹੈ? ਤੁਸੀਂ ਇਹ ਸਮਝੋ ਕਿ ਇਕਰਾਰੁਲ ਹਸਨ ਨੇ ਨਾ ਸਿਰਫ ਉਸ ਬੰਦੇ ਨੂੰ ਐਕਸਪੋਜ਼ ਕੀਤਾ ਹੈ ਬਲਕਿ ਹਰ ਡਿਪਾਰਟਮੈਂਟ ਨੂੰ ਐਕਸਪੋਜ਼ ਕਰ ਦਿੱਤਾ ਹੈ। ਉਹ ਗੌਰਮੈਂਟ ਦੇ ਜਿਹੜੇ ਵੀ ਡਿਪਾਰਟਮੈਂਟ ਨੇ ਨਾ, ਉਹ ਭਾਵੇਂ ਐਜੂਕੇਸ਼ਨ ਡਿਪਾਰਟਮੈਂਟ ਹੋਏ, ਭਾਵੇਂ ਹੈਲਥ ਡਿਪਾਰਟਮੈਂਟ ਹੋਏ, ਭਾਵੇਂ ਲਾਅ ਡਿਪਾਰਟਮੈਂਟ ਹੋਏ, ਠੀਕ ਹੈ,
ਤੇ ਕੋਈ ਵੀ ਡਿਪਾਰਟਮੈਂਟ ਤੁਸੀਂ ਦੇਖ ਲਓ, ਹਰ ਡਿਪਾਰਟਮੈਂਟ ਦੇ ਵਿੱਚ ਤੁਹਾਨੂੰ ਜਿਹੜਾ ਨਾ ਯੂਥੀਆ ਤੁਹਾਨੂੰ ਨਜ਼ਰ ਆਏਗਾ, ਤੁਹਾਨੂੰ ਇਮਰਾਨ ਲਵਰ ਨਜ਼ਰ ਆਏਗਾ। ਇਹਨਾਂ ਨੂੰ ਪਾਕਿਸਤਾਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਪਾਕਿਸਤਾਨ ਦੇ ਨਾਲ ਕੋਈ, ਯਾਨੀ ਕਿ ਜਿਸ ਦਾ ਖਾ ਰਹੇ ਨੇ ਉਹਨੂੰ ਹੀ ਗਾਲਾਂ ਕੱਢਣੇ, ਜਿਸ ਥਾਲੀ 'ਚ ਖਾ ਰਹੇ ਨੇ ਉੱਥੇ ਛੇਦ ਕਰਦੇ ਨੇ। ਠੀਕ ਹੈ, ਇਹ ਸਾਰੇ ਜਿਹੜੇ ਨੇ ਨਾ ਇਮਰਾਨ ਖਾਨ ਦੇ ਦੌਰ ਦੇ ਵਿੱਚ ਭਰਤੀ ਹੋਏ ਸਨ, ਤੇ ਇਹਨਾਂ ਨੂੰ ਉਹੀ ਸ਼ਹਜ਼ਾਦ ਅਕਬਰ ਸਾਰੇ ਭਰਤੀ ਕਰਕੇ ਗਿਆ, ਤੇ ਇਹ ਸਾਰੇ ਉਹਨਾਂ ਵਾਸਤੇ ਕੰਮ ਕਰਦੇ ਨੇ। ਤੇ ਇਹ ਚੀਮਾ ਸਾਹਿਬ ਵੀ ਜਿਹੜਾ ਹੈ, ਇਹ ਵੀ ਜਨਾਬ ਯੂਥੀ ਹੈਗਾ ਜੇ, ਤੇ ਬਦਬੂਦਾਰ ਯੂਥੀ ਹੈ। ਤੇ ਆਰਮੀ ਟ੍ਰੇਨ ਦੇ ਵਿੱਚ ਵੀ ਉੱਥੇ ਵੀ ਜਿੰਨੇ ਵੀ ਮੁਲਾਜ਼ਮ ਹੈਗੇ ਨੇ ਉਹ ਵੀ ਜ਼ਿਆਦਾਤਰ ਯੂਥੀ ਨੇ। ਫਿਰ ਕੀ ਨਾਂ ਲਈਦਾ ਮੈਟਰੋ ਬੱਸ ਦੇ ਵਿੱਚ ਉੱਥੇ ਵੀ ਯੂਥੀ ਭਰਤੀ ਨੇ। ਜਿਹੜੇ ਤੁਸੀਂ ਡਿਪਾਰਟਮੈਂਟ ਦੇਖੋਗੇ ਨਾ, ਜਿੱਥੇ ਇੱਕ ਹੋਰ ਗੌਰਮੈਂਟ ਦਾ ਅਦਾਰਾ ਹੈਗਾ ਨੈਸਪਾਕ, ਉੱਥੇ ਵੀ ਸਭ ਤੋਂ ਜ਼ਿਆਦਾ ਯੂਥੀ ਭਰਤੀ ਹੋਏ ਨੇ, ਜਿਹੜੇ ਹੁਕੂਮਤ ਨੂੰ ਦਿਨ ਰਾਤ ਗਾਲਾਂ ਕੱਢ ਰਹੇ ਹੁੰਦੇ ਨੇ। ਤੇ ਮੈਂ ਹੁਕੂਮਤ ਕੋਲੋਂ ਇਹੀ ਗੁਜ਼ਾਰਿਸ਼ ਕਰਾਂਗਾ, ਸ਼ਹਬਾਜ਼ ਸ਼ਰੀਫ ਸਾਹਿਬ ਕੋਲੋਂ, ਮੋਹਸਿਨ ਨਕवी ਸਾਹਿਬ ਕੋਲੋਂ, ਆਪਣੇ ਅਤਾ ਤਾਰਰ ਜਿਹੜੇ ਵਜ਼ੀਰ ਤਲਾ ਇਹਨਾਂ ਕੋਲੋਂ, ਤੇ ਰਾਣਾ ਸਨਾਉल्ला ਜੋ ਵੀ ਹੈਗੇ ਨੇ, ਮੈਂ ਇਹੀ ਜਿਹੜੇ ਤਲਾਲ ਚੌਧਰੀ ਸਾਹਿਬ ਉਹਨਾਂ ਕੋਲੋਂ ਵੀ ਇਹੀ ਗੁਜ਼ਾਰਿਸ਼ ਕਰਾਂਗਾ ਕਿ ਜਨਾਬ ਆਪਣੀ ਮੰਜੀ ਥੱਲੇ ਡਾਂਗ ਫੇਰੋ ਤੇ ਇੱਧਰ ਜਿਹੜਾ ਨਾ ਤਹਿਕੀਕਾਤ ਕਰਾਓ, ਕਿਹੜੇ ਐਸੇ ਲੋਕ ਨੇ ਜਿਹੜੇ ਜਾਣ ਬੂਝ ਕੇ ਤੁਹਾਡੀ ਕੰਮਾਂ ਦੇ ਉੱਤੇ ਰੋੜੇ ਅਟਕਾ ਰਹੇ ਨੇ ਤੇ ਤੁਹਾਡੀ ਮਕਬੂਲੀਅਤ ਨੂੰ ਡਾਊਨ ਕਰਦੇ ਨੇ। ਇਹਨਾਂ ਨੂੰ ਫੜੋ, ਇਹਨਾਂ ਨੂੰ ਜਿਹੜਾ ਨਾ ਇੱਧਰੋਂ ਕੱਢੋ। ਇਹ ਤਨਖਾਹਾਂ ਵੀ ਲੈ ਰਹੇ ਨੇ, ਮਰਾਦ ਵੀ ਲੈ ਰਹੇ ਨੇ, ਲੇਕਿਨ ਕੰਮ ਟਗੇ ਦਾ ਵੀ ਨਹੀਂ ਕਰਦੇ ਪਏ, ਤੇ ਹੁਕੂਮਤ ਨੂੰ ਬਦਨਾਮ ਕਰ ਰਹੇ ਨੇ, ਤੇ ਸਿਰਫ ਇਮਰਾਨ ਦੇ ਇਸ਼ਕ ਦੇ ਵਿੱਚ ਮੁਬਤਲਾ ਨੇ। ਹੋਰ ਇਹਨਾਂ ਨੂੰ ਜਿਹੜਾ ਨਾ ਪਾਕਿਸਤਾਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਹੁਕੂਮਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਤੇ ਇਹ ਜਨਾਬ ਅੱਜ ਕੱਲ੍ਹ ਦੀ ਸਟੋਰੀ ਸੀ ਜਿਹੜੀਆਂ ਮੈਂ ਤੁਹਾਡੇ ਅੱਗੇ ਗੋਸ਼ੇਗੁਜ਼ਾਰ ਕੀਤੀਆਂ। ਲੇਕਿਨ ਮੈਂ ਜਿਹੜੀ ਇਕਰਾਰੁਲ ਹਸਨ ਦਾ ਜਿਹੜਾ ਵਾਕਿਆ ਹੋਇਆ ਲਾਹੌਰ ਏਅਰਪੋਰਟ, ਇਸਲਾਮਾਬਾਦ ਏਅਰਪੋਰਟ, ਇਹ ਨਾ ਅੱਜ ਦਾ ਕੋਈ ਪਹਿਲਾ ਵਾਕਿਆ ਨਹੀਂ ਹੈਗਾ। ਤੁਸੀਂ ਕਰਾਚੀ ਏਅਰਪੋਰਟ ਦੇਖ ਲਓ, ਇਸਲਾਮਾਬਾਦ ਏਅਰਪੋਰਟ ਦੇਖ ਲਓ, ਇੱਥੇ ਵੀ ਜਨਾਬ ਇਸ ਤਰ੍ਹਾਂ ਦੇ ਵਾਕਿਆਤ ਹੁੰਦੇ ਨੇ, ਕਿਉਂਕਿ ਹਰ ਜਗ੍ਹਾ ਜਿਹੜੇ ਨੇ ਨਾ ਯੂਥੀ ਭਰਤੀ ਨੇ, ਤੇ ਉਹ ਆਪਣਾ ਅਸਰ ਦਿਖਾ ਰਹੇ ਨੇ। ਤੇ ਮੈਨੂੰ ਉਮੀਦ ਹੈ ਕਿ ਮੇਰੀ ਇਹ ਵੀਡੀਓ ਜਿਹੜੇ ਮੇਰੇ ਭਰਾ ਦੇਖ ਰਹੇ ਨੇ, ਮੇਰੇ ਦੋਸਤ ਦੇਖ ਰਹੇ ਨੇ, ਮੇਰੀਆਂ ਭੈਣਾਂ ਦੇਖ ਰਹੀਆਂ ਨੇ, ਮੈਂ ਉਮੀਦ ਕਰਨਾ ਕਿ ਮੇਰੀ ਇਸ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਨਗੇ, ਹਕੂਮਤ ਤੱਕ ਪਹੁੰਚਾਉਣਗੇ। ਹਕੂਮਤ ਜਿਹੜਾ ਨਾ ਇਹਨੂੰ ਜਿਹੜਾ ਨਾ ਸੀਰੀਅਸਲੀ ਐਕਸ਼ਨ ਲਏਗੀ ਤੇ ਸਟਿੰਗ ਆਪਰੇਸ਼ਨ ਕਰੇਗੀ, ਤੇ ਜਿਹੜੇ ਯੂਥੀ ਨੇ ਇਹਨਾਂ ਨੂੰ ਡਿਪਾਰਟਮੈਂਟ ਤੋਂ ਕੱਢ ਕੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਤੇ ਇਹਨਾਂ ਦੁਆਰਾ ਠੁੱਡੇ ਖਾਣ ਦਿਓ, ਤਾਂ ਕਿ ਇਹਨਾਂ ਦੇ ਹੋਸ਼ ਜਿਹੜੇ ਨੇ ਨਾ ਉਹ ਠਿਕਾਣੇ ਆਉਣ। ਅੱਜ ਦੀ ਮੇਰੀ ਵੀਡੀਓ ਜਨਾਬ ਇਹੀ ਸੀ। ਇਹ ਦੋ ਖਬਰਾਂ ਸਨ ਬੜੀ ਅਹਿਮ ਜਿਹੜੀਆਂ ਮੈਂ ਡਿਸਕਸ ਕਰਨੀਆਂ ਸਨ, ਤੇ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਮੈਂ ਤੁਹਾਡੇ ਅੱਗੇ ਸਾਰੀ ਮਾਲੂਮਾਤ ਜਿਹੜੀਆਂ ਸਾਨੂੰ ਪੇਸ਼ ਕਰ ਦਿੱਤੀਆਂ ਨੇ। ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਆਪਣੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰੋ, ਕਮੈਂਟ ਕਰੋ, ਲੇਕਿਨ ਤਹਿਜ਼ੀਬ ਦੇ ਦਾਇਰੇ ਨਾਲ। ਆਪਣਾ ਵੀਲੌਗ ਮੈਂ ਇਸ ਨਾਰੇ ਦੇ ਨਾਲ ख़त्म करना, पाकिस्तान हमेशा जिंदाबाद।